एक परिवार है। ये सारा परिवार परमात्मा दे विचों ही होंद विच है। साडे सारिਆਂ ਦਾ माता पिता एक है, परमात्मा ब्रह्म, जिहदे विच सानूं आकार काया मिली। आकार दे विच वसण वाला जो परिवार है, आत्मा मन धर्म राय चित्र काम क्रोध हंकार, ये आत्मिक परिवार भी परमात्मा जो प्रगट है। एक खेल का जरिया बनाया है परमात्मा। संसार दे विच जो है मानस जामा है, ये सारा एक परिवार है। इस परिवार दे विच साडी एक टीम बनाई हुई है। उहदे विच माता पिता भैन भरा पति पत्नी धियां पुत्र, ये साडा एक छोटा परिवार। ये परिवार जिहड़ा है पिछले जन्मां दे संजोग इकट्ठे कीते हुए। महाराज कहंदे शरीर दे विच परमात्मा ने सारिਆਂ वास्ते इक्को जिहा घर, जिसनूं निज घर कहा है, निज महल कहा, 10वां द्वार बनाया। ਉਹਦੇ ਵਿੱਚ ਸਾਰਿਆਂ ਵਾਸਤੇ ਇੱਕੋ ਜਿਹੀਆਂ ਸਹੂਲਤਾਂ ਨੇ, ਇੱਕੋ ਜਿਹਾ ਉਸਨੂੰ ਜਿੰਦਰਾ ਲੱਗਾ ਹੈ ਔਰ ਇੱਕੋ ਜਿਹੀ ਚਾਬੀ। ਜਿੰਦਰਾ ਪਾਉਣ ਦਾ ਹੈ ਤੇ ਪਾਉਣ ਦੀ ਚਾਬੀ। ਇਹ ਸਾਰਾ ਸਿਸਟਮ ਸਾਡੇ ਅੰਦਰ ਜੋ ਹੈ ਉਹ ਸਾਰਾ ਇੱਕੋ ਜਿਹਾ ਹੀ ਹੈ। ਬਾਹਰੋਂ ਭਾਵੇਂ ਵੱਖ ਵੱਖ ਦਿਖਾਈ ਦੇ ਰਹੇ ਨੇ ਰੰਗ ਰੂਪ, ਪਰ ਹਮਾਰੇ ਕਹਿੰਦੇ ਅੰਦਰਲਾ ਜੋ ਹੈ ਸਾਰਾ ਇੱਕੋ ਹੀ ਸਭ ਕੁਛ ਹੈ। ਉਹਦੇ ਵਿੱਚ ਕੋਈ ਵੱਖ ਵੱਖ। ਸਭ ਤੋਂ ਜ਼ਿਆਦਾ ਸਾਨੂੰ ਗਿਆਨ ਦਿੱਤਾ ਮਾਨਵ ਜਨਮ ਵਿੱਚ, ਤਾਂ ਕਿ ਅਸੀਂ ਆਪਣੇ ਆਪ ਦੀ ਪਛਾਣ ਕਰੀਏ, ਆਪਣੇ ਪਰਿਵਾਰ ਦੀ ਪਛਾਣ ਕਰੀਏ, ਆਪਣੇ ਮੂਲ ਨੂੰ ਪਛਾਣੀਏ ਤੇ ਪਰਮਾਤਮਾ ਦੇ ਹੁਕਮ ਵਿੱਚ ਸਵੇਰੇ ਆਈਏ, ਇੱਥੇ ਇਸ ਮਾਇਆ ਦੇ ਘਰ ਵਿੱਚ ਖੇਲੀਏ ਤੇ ਹੁਕਮ ਵਿੱਚ ਵਾਪਸ ਚਲੇ ਜਾਈਏ। ਇਸ ਕਰਕੇ ਮਾਨਵ ਜਨਮ ਵਿੱਚ ਸਾਨੂੰ ਭੇਜਿਆ। ਇਹ ਇੱਕ ਵਾਰੀ ਹੈ ਕਿ ਅਸੀਂ ਇਸ ਖੇਲ ਨੂੰ ਜਿੱਤ ਕੇ ਆਪਣੇ ਮੂਲ ਵਿੱਚ ਸਮਾ ਸਕਦੇ। ਪਰ ਇੱਥੇ ਆ ਕੇ ਸਾਡੇ ਪਰਿਵਾਰ ਦੇ ਵਿਚਾਰ ਵੱਖ ਵੱਖ ਹੋ ਜਾਂਦੇ ਨੇ ਤੇ ਅਸੀਂ ਮੂਲ ਵਿੱਚ ਨਹੀਂ ਸਮਾਉਂਦੇ, ਵੱਖ ਵੱਖ ਜੂਨਾਂ ਨਾਲ ਚਲੇ ਜਾਂਦੇ। ਇਹ ਸਾਡਾ ਵਿਛੋੜਾ ਕਿਉਂ ਪੈਂਦਾ? ਉਹ ਫਿਰ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਕਿ ਜਿੱਥੇ ਤੁਸੀਂ ਸਵੇਰੇ ਆਉਂਦੇ ਹੋ ਇਹ ਮਾਇਆ ਦਾ ਘਰ ਹੈ। ਇੱਥੇ ਪਹੁੰਚ ਚੱਲਦੀ ਹੈ। ਜਦੋਂ ਮਨ ਪਾਉਣ ਵਿੱਚ ਆ ਕੇ ਪ੍ਰਵੇਸ਼ ਕਰਦਾ ਹੈ, ਇੱਥੇ ਵਿਚਾਰ ਚੱਲ ਪੈਂਦੇ ਨੇ। ਇਸ ਨੂੰ ਤ੍ਰਿਭੰਨ ਵੀ ਕਿਹਾ, ਤਰਲੋਕੀ ਕਿਹਾ। ਤਰਲੋਕੀ ਇਸ ਕਰਕੇ ਕਿਹਾ ਕਿਉਂਕਿ ਇੱਥੇ 3 ਤਰੀਕੇ ਦੇ ਵਿਚਾਰ ਨੇ, ਸਤੋਗੁਣੀ, ਰਜੋਗੁਣੀ, ਤਮੋਗੁਣੀ। ਮਨ ਜਦੋਂ ਆ ਕੇ ਵਿਚਾਰਾਂ ਵਿੱਚ ਫਸ ਜਾਂਦਾ ਹੈ, ਫਿਰ ਇਹ ਆਪਣੇ ਘਰ ਨੂੰ ਜਾਣ ਦਾ ਜੋ ਰਸਤਾ ਹੈ ਉਹ ਭੁੱਲ ਜਾਂਦਾ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਪੰਥ ਪ੍ਰੇਮ ਨਾ ਜਾਣੇ ਭੁੱਲੀ ਫਿਰੇ ਗਵਾਰ। ਉਹ ਜੋ ਲਿਵਦਾ ਰਸਤਾ ਹੈ, ਜਿਸ ਤਰ੍ਹਾਂ ਨਾਲ ਹੀ ਆਉਂਦਾ ਸਵੇਰੇ, ਉਸਦਾ ਇਹਨੂੰ ਭੇਦ ਨਹੀਂ ਰਹਿੰਦਾ, ਕਿਉਂਕਿ ਉਸ ਸ਼ਬਦ ਨਾਲ ਇਹਦੀ ਲਿਵ ਟੁੱਟ ਜਾਂਦੀ ਹੈ। ਮਹਾਰਾਜ ਕਹਿੰਦੇ ਇੱਕ ਪਰਿਵਾਰ ਵਿੱਚ ਰਹਿੰਦੇ ਹੋਇਆ ਵੀ ਸਾਰੇ ਵਿਚਾਰ ਵੱਖ ਵੱਖ ਹੋਣ ਕਰਕੇ ਕਹਿੰਦੇ ਅਲੱਗ ਅਲੱਗ ਜੂਨਾਂ ਵਿੱਚ ਚਲੇ ਜਾਂਦੇ ਨੇ। ਕਈ ਯੁੱਗਾਂ ਤੋਂ ਬਾਅਦ ਮਿਲਿਆ ਹੋਇਆ ਪਰਿਵਾਰ ਕਹਿੰਦੇ ਇਹ ਫਿਰ ਲੰਬਾ ਵਿਛੋੜਾ ਪੈ ਜਾਂਦਾ ਜੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਭੇਦ ਨਹੀਂ ਲੈਂਦੇ। ਤੇ ਫਿਰ ਕਹਿੰਦੇ ਪਤਾ ਨਹੀਂ ਕਦੋਂ ਇਹ ਮਿਲਾਪ ਹੋਵੇ। ਉਹ ਵੀ ਸਾਰਿਆਂ ਦਾ ਨਹੀਂ ਹੁੰਦਾ। ਜਿੱਥੇ ਪਰਮਾਤਮਾ ਖੁਸ਼ ਹੁੰਦਾ ਉਹਨੇ ਮਨ ਜਾਮਾ ਮਿਲਦਾ। ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ, ਕਹਿੰਦੇ ਜਿਸ ਤਰ੍ਹਾਂ ਨਦੀ ਤੋਂ ਪਾਣੀ ਵਿਛੜਿਆ ਹੋਇਆ ਨਾੜਿਆਂ ਟੋਭਿਆਂ ਵਿੱਚ ਚਲਾ ਜਾਂਦਾ ਤੇ ਸੰਜੋਗ ਨੇ ਕਹਿੰਦੇ ਫਿਰ ਉਸ ਜਾ ਕੇ ਨਦੀ 'ਚ ਪੈਂਦਾ। ਨਦੀਆਂ ਵਾਹ ਵਿਛੰਨਿਆ ਮੇਲਾ ਸੰਜੋਗੀ ਰਾਮ।
ਜੁਗ ਜੁਗ ਮੀਠਾ ਵਿਸਪਰੇ ਕੋਈ ਜਾਣੇ ਜੋਗੀ ਨਾ। ਇਹ ਕਹਿੰਦੇ ਸੰਸਾਰ ਇੱਕ ਮਿੱਠਾ ਜ਼ਹਿਰ ਹੈ, ਜਿਹਦੇ ਵਿੱਚ ਫਸ ਕੇ ਮਨ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਹੈ, ਪਰਮਾਤਮਾ ਦਾ ਵਿਛੋੜਾ ਪੈ ਜਾਂਦਾ ਹੈ। ਕਹਿੰਦੇ ਇਸ ਭੇਦ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਜਿਹੜਾ ਗੁਰੂ ਦੇ ਰਾਹੀਂ ਪਰਮਾਤਮਾ ਨਾਲ ਜੁੜ ਕੇ ਉਹਨੂੰ ਜੋਗੀ ਕਿਹਾ। ਮਹਾਰਾਜ ਕਹਿੰਦੇ ਜਿਸ ਵੇੜੇ ਵਿੱਚ ਤੁਸੀਂ ਬੈਠ ਕੇ ਇੱਧਰ ਆਏ ਸੀ, ਉਹ ਸਤਿਗੁਰ ਦਾ ਬੇੜਾ ਸੀ। ਸਤਿਗੁਰ ਬਹੁਤ ਹਰਨਾਮ ਹੈ। ਕਹਿੰਦੇ ਉਹਦਾ ਤੁਹਾਨੂੰ ਘੇਰ ਨਹੀਂ ਰਿਹਾ। ਆਉਂਦੇ ਕਹਿੰਦੇ ਸਾਰੇ ਉਸੇ ਬੇੜੇ ਰਾਹੀਂ ਹੈ, ਆਪਣੇ ਘਰੋਂ ਚੱਲਦੇ ਨੇ, ਭਾਵ ਸਾਗਰ ਪਾਰ ਕਰਕੇ ਇੱਧਰ ਆਉਂਦੇ ਨੇ। ਪਰ ਕਹਿੰਦੇ ਜ਼ਰੂਰੀ ਨਹੀਂ ਕਿ ਸਾਰੇ ਫਿਰ ਉਸ ਬੇੜੇ ਵਿੱਚ ਬੈਠਣਗੇ। ਉਦਾਹਰਨ ਦੇ ਕੇ ਸੁਣਾਉਂਦੇ, ਕਹਿੰਦੇ ਜਿਸ ਤਰ੍ਹਾਂ ਨਦੀ ਵਿੱਚ, ਨਾਵ ਦੇ ਵਿੱਚ ਕੁਝ ਮੁਸਾਫਿਰ ਇਕੱਠੇ ਹੋਏ ਨੇ, ਉਹਨਾਂ ਨੇ ਨਦੀ ਪਾਰ ਕੀਤੀ, ਤੇ ਕਹਿੰਦੇ ਜ਼ਰੂਰੀ ਨਹੀਂ ਫਿਰ ਉੱਧਰੋਂ ਸਾਰੇ ਇਕੱਠੇ ਹੋ ਕੇ ਬਹਿਣਗੇ ਵਿੱਚ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਉਹ ਇਕੱਠੇ ਇਸ ਕਰਕੇ ਨਹੀਂ ਬਹਿੰਦੇ, ਕਹਿੰਦੇ ਉਸ ਬੇੜੇ ਦਾ ਉਹਨੂੰ ਭੇਦ ਨਹੀਂ ਰਹਿੰਦਾ। ਇੱਥੇ ਆ ਕੇ ਉਹਨਾਂ ਦੇ ਵਿਚਾਰ ਵੱਖ ਵੱਖ ਹੋ ਜਾਂਦੇ ਨੇ। ਕੋਈ ਸਤੋਗੁਣੀ ਹੋ ਜਾਂਦਾ, ਕੋਈ ਤਮੋਗੁਣੀ, ਕੋਈ ਰਜੋਗੁਣੀ, ਤੇ ਵਿਚਾਰਾਂ ਵਿੱਚ ਜਾਣ ਕਰਕੇ ਕਹਿੰਦੇ ਬੇੜਾ ਉਹ ਵਿਸਰ ਜਾਂਦਾ। ਜਦ ਤੱਕ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ, ਉਸ ਬੇੜੇ ਦਾ ਗਿਆਨ ਨਹੀਂ ਆਉਂਦਾ ਸਾਨੂੰ। ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਇੱਕ ਆਵੇ ਇੱਕ ਜਾਏ ਸੀ ਪੂਰ ਪਰੇ ਹੰਕਾਰ। ਜੇ ਇੱਥੇ ਆ ਕੇ ਹਉਮੈ ਵਿੱਚ ਆ ਜਾਂਦਾ ਹੈ, ਤੇ ਫਿਰ ਕਹਿੰਦੇ ਸੰਸਾਰ ਤੇ ਆਉਣਾ ਜਾਣਾ ਬਣ ਜਾਂਦਾ ਜੂਨਾਂ ਵਿੱਚ ਦਾ। ਤੇ ਭਗਤ ਕਬੀਰ ਜੀ ਕਹਿੰਦੇ ਤੁਹਾਡੇ ਕੋਲੇ ਸਮਾਂ ਗਿਣਤੀ ਦਾ, ਕਹਿੰਦੇ ਵਜਾ ਲਓ ਆਪਣੀ ਆਪਣੀ ਢੋਲਕੀ ਜਿਵੇਂ ਵਜਾਉਣੀ, ਭਾਵੇਂ ਜਿਵੇਂ ਵਿਚਰਨਾ ਤੁਸੀਂ ਕਹਿੰਦੇ ਵਿਚਰ ਲਓ। ਫਿਰ ਕਹਿੰਦੇ ਪਰਿਵਾਰ ਦੇ ਵਿੱਚ ਤੁਸੀਂ ਇਕੱਠੇ ਨਹੀਂ ਹੋਣਾ ਮੁੜ ਕੇ। ਕਬੀਰ ਨੌਬਤ ਆਪਣੀ ਦਿਨ ਦਸਤੇ ਬਚਾਏ, ਨਦੀ ਨਾਵ ਸੰਜੋਗ ਸਿਉ ਬਹੁ ਨਾ ਮਿਲੇ ਪਾਏ। ਕਹਿੰਦੇ ਜਿਸ ਤਰ੍ਹਾਂ ਨਦੀ 'ਚ ਬੈਠੇ ਹੋਏ ਜੀਵ ਦੁਆਰਾ ਨਹੀਂ ਇਕੱਠੇ ਹੁੰਦੇ, ਉਹ ਵੱਖ ਵੱਖ ਥਾਵਾਂ 'ਤੇ ਚਲੇ ਜਾਂਦੇ ਨੇ। ਇਸ ਤਰ੍ਹਾਂ ਕਹਿੰਦੇ ਤੁਸੀਂ ਪਰਿਵਾਰ ਵਿੱਚ ਇਕੱਠੇ ਹੋਏ ਹੋ ਤੇ ਦੁਬਾਰਾ ਮਿਲਾਪ ਨਹੀਂ ਹੋਣਾ ਤੁਹਾਨੂੰ। ਜੇ ਤੁਸੀਂ ਕਹਿੰਦੇ ਹੁਣ ਵਿਛੜ ਗਏ, ਇਹੀ ਮੌਕਾ ਤੁਹਾਡੇ ਕੋਲੇ ਕਹਿੰਦੇ ਮਾਨ ਜਾਮਾ, ਤੁਸੀਂ ਪਰਮਾਤਮਾ ਨੂੰ ਮਿਲਾਪ ਕਰਕੇ ਸਦੀ ਵੀ ਉੱਥੇ ਇਕੱਠੇ ਰਹਿ ਸਕਦੇ। ਪਰ ਇੱਥੇ ਆ ਕੇ ਸਾਡਾ ਉਸ ਪਰਮਾਤਮਾ ਦਾ ਵਿਛੋੜਾ ਪਾਤਾ। ਵਿਛੋੜਾ ਪਾਉਣ ਵਾਲੇ ਕੌਣ ਨੇ? ਉਹ ਅੰਦਰ ਹੀ ਬੈਠੇ ਨੇ ਪੰਜ ਦੂਤ। ਪੰਜ ਦੂਤ ਮਿਲ ਪਿਰੋ ਵਿਛੋੜੀ, ਭ੍ਰਮ ਭ੍ਰਮ ਰੋਵੇ ਹਾਥ ਵਿਛੋੜ। ਇਹ ਕਿਵੇਂ ਵਿਛੋੜਾ ਪਾਉਂਦੇ ਨੇ? ਇਹ ਸਾਡੇ ਅੰਦਰ ਵਿਕਾਰ ਪੈਦਾ ਕਰਦੇ ਨੇ। ਵਿਕਾਰ ਪੈਦਾ ਕਰ ਕਰਕੇ ਮਾਇਆ ਨਾਲ ਮੋਹ ਪਾ ਦਿੰਦੇ ਨੇ। ਪੰਜ ਦੂਤ ਜਿਤਵੇ ਵਿਕਾਰਾ, ਮਾਇਆ ਮੋਹ ਕਾ ਇਹ ਫਸਾਰਾ। ਕਹਿੰਦੇ ਇੰਨੇ ਜਨਮਾਂ ਤੋਂ ਵਿਛੜੇ ਹੋਏ ਕਹਿੰਦੇ ਸੰਜੋਗੀ ਇੱਕ ਪਰਿਵਾਰ 'ਚ ਇਕੱਠੇ ਹੋਏ ਸੀ, ਤਾਂ ਕਿ ਇਸ ਖੇਲ ਨੂੰ ਜਿੱਤ ਕਰਕੇ ਇਸ ਦੇਵੀ ਆਪਣੇ ਘਰ ਜਾਂਦੇ। ਪਰ ਇੱਥੇ ਆ ਕੇ ਕਹਿੰਦੇ ਪੰਜਾਂ ਨੇ ਕੀ ਕੀਤਾ? ਵਿਚਾਰਾਂ ਦਾ ਟਕਰਾਅ ਕਰ ਦਿੱਤਾ ਪਰਿਵਾਰ ਦੇ ਵਿੱਚ। ਜਦੋਂ ਟਕਰਾਅ ਹੁੰਦਾ ਕਹਿੰਦੇ ਫਿਰ ਝਗੜਾ ਹੋ ਜਾਂਦਾ। ਇਹ ਝਗੜਾ ਇਹ ਪੰਜ ਦੂਤ ਹੀ ਕਰਾਉਂਦੇ ਨੇ। ਕਲ ਯੁਗ ਮੇਂ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਹੰਕਾਰ ਹੁੰਦਾ ਹੈ। ਜਦੋਂ ਇਹਨਾਂ ਦੇ ਵਸ ਪੈਂਦਾ ਹੈ ਮਨ, ਕਹਿੰਦੇ ਪਰਿਵਾਰ ਦੇ ਜੀਵਨ ਦੇ ਵਿਚਾਰ ਵੱਖ ਵੱਖ ਕਰਾ ਦਿੰਦੇ ਨੇ। ਵਿਚਾਰਾਂ ਦਾ ਟਕਰਾਅ ਹੋ ਜਾਂਦਾ, ਪਰਿਵਾਰ ਝਗੜਾ ਹੋ ਜਾਂਦਾ। ਕਹਿੰਦੇ ਉਹੀ ਪਰਿਵਾਰ ਜਿਹੜਾ ਇਕੱਠਾ ਰਹਿੰਦਾ ਸੀ ਉਹ ਵੱਖ ਵੱਖ ਹੋ ਜਾਂਦੇ ਨੇ। ਪਿਓ ਪੁੱਤ ਵੱਖ ਹੋ ਜਾਂਦੇ, ਭਰਾ ਭਰਾ, ਪਤੀ ਪਤਨੀ। ਇਹ ਕਹਿੰਦੇ ਕਿਉਂ ਹੁੰਦਾ? ਕਿਉਂਕਿ ਮਾਇਆ ਦੇ ਨਾਲ ਸਾਡਾ ਮੋਹ ਪਾ ਦਿੰਦੇ ਨੇ। ਮਾਇਆ ਮੋਹ ਪ੍ਰੇਤ ਕਾਮ ਕ੍ਰੋਧ ਹੰਕਾਰ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਦੰਡ ਕਰ। ਅਸੀਂ ਇੱਥੇ ਆ ਕੇ ਹੁਕਮ ਵਿੱਚ ਖੇਲਣਾ ਸੀ, ਇੱਕ ਦ੍ਰਿਸ਼ਟੀ ਪਰਮਾਤਮਾ ਨੂੰ ਦੇਖੀ ਜਾਣਾ ਸੀ। ਪਰ ਪਰਮਾਤਮਾ ਨੂੰ ਇੱਥੇ ਆ ਕੇ ਭੁੱਲ ਕੇ ਤੇ ਮਾਇਆ ਨਾਲ ਪਿਆਰ ਪਾ ਲਿਆ, ਮਾਇਆ ਨੂੰ ਸਭ ਕੁਝ ਸਮਝ ਲਿਆ।
ਇਹ ਸਰੀਰ ਵੀ ਮਾਇਆ ਹੈ, ਇੱਥੋਂ ਸ਼ੁਰੂ ਹੁੰਦੀ ਮਾਇਆ। ਤੇ ਇੱਥੋਂ ਤੱਕ ਚਲੇ ਗਏ ਕਿ ਇਹ ਸਰੀਰ ਮੇਰਾ ਹੈ, ਇਹ ਘਰ ਮੇਰਾ, ਕਾਰੋਬਾਰ ਮੇਰਾ, ਮੇਰੀ ਜ਼ਮੀਨ ਹੈ। ਕੋਈ ਇਹ 'ਚ ਪੈਰ ਰੱਖ ਕੇ ਦਿਖਾਵੇ, ਹਉ ਬੱਧੂ ਹਉ ਸਾਧੂ ਵੈਰ, ਹਮਰੀ ਭੂਮ ਕੌਣ ਕਰ ਲਈ ਪੈਰ। ਇੰਨਾ ਵੱਜ ਗਏ ਇੱਥੇ ਆ ਕੇ ਸੰਸਾਰ ਨੂੰ, ਇਹ ਮੇਰੀ ਜ਼ਮੀਨ ਹੈ, ਕੋਈ ਪੈਰ ਨਹੀਂ ਰੱਖ ਸਕਦਾ ਇਹਦੇ ਵਿੱਚ। ਤੇ ਮਹਾਰਾਜ ਕਹਿੰਦੇ ਇਹ ਸਾਰੀ ਮਾਇਆ ਹੈ ਤੇ ਮਾਇਆ ਨਾਸਵਾਨ ਹੈ। ਇਸ ਧਰਤੀ ਤੇ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਜੀਵ ਆਏ ਨੇ, ਹੋ ਕੇ ਚਲੇ ਗਏ। ਕਹਿੰਦੇ ਧਰਤੀ ਇੱਥੇ ਦੀ ਇੱਥੇ ਖੜੀ ਹੈ, ਜਦ ਤੱਕ ਪ੍ਰਮਾਤਮਾ ਦਾ ਹੁਕਮ ਹੈ ਉਦ ਤੱਕ ਧਰਤੀ ਸਥਿਰ ਰਹੇਗੀ, ਕਿਉਂਕਿ ਉਹਦੇ ਹੁਕਮ ਵਿੱਚ ਖੜੀ ਹੈ। ਮਹਾਰਾਜ ਨੇ ਪਵਨ ਪਾਣੀ ਅਗਨੀ ਬਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ। ਇਹ ਕਹਿੰਦੇ ਧਰਤੀ ਪ੍ਰਮਾਤਮਾ ਨੇ ਇੱਕ ਧਰਮਸ਼ਾਲਾ ਬਣਾਈ। ਜਿਵੇਂ ਜੀਵ ਧਰਮਸ਼ਾਲਾ ਵਿੱਚ ਆਉਂਦੇ ਨੇ, 2-4 ਦਿਨ ਰਹਿ ਕੇ ਚਲੇ ਜਾਂਦੇ ਨੇ, ਇਸ ਤਰ੍ਹਾਂ ਅਸੀਂ ਸੰਸਾਰ ਤੇ ਆਏ ਇੱਕ ਧਰਮਸ਼ਾਲਾ ਦੇ ਸਦੀਵ ਹੀ ਨਹੀਂ ਰਹਿਣਾ ਇੱਥੇ। ਮਹਾਰਾਜ ਕਹਿੰਦੇ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਜੀਵ ਆਏ ਨੇ, ਉਹ ਵੀ ਚਲੇ ਗਏ ਨੇ, ਕੋਈ ਇੱਥੇ ਸਦੀਵ ਨਹੀਂ ਰਹਿੰਦਾ। ਸ਼ੇਖ ਹਜ਼ਾਤੀ ਜਗ ਕੋਈ ਥਿਰ ਰਿਹਾ, ਜਿਸ ਆਸੋਂ ਬੈਠੇ ਕੀਤੇ ਵੈਸ ਗਏ। ਕਹਿੰਦੇ ਜਿਸ ਘਰ ਦੇ ਵਿੱਚ ਤੁਸੀਂ ਬੈਠੇ ਹੋ, ਜਿਸ ਜ਼ਮੀਨ ਨੂੰ ਆਪਣਾ ਸਮਝਦੇ ਹੋ, ਤੁਹਾਡੇ ਤੋਂ ਪਹਿਲਾਂ ਵੀ ਕਹਿੰਦੇ ਤੁਹਾਡੇ ਵੱਡੇ ਵੱਡੇ ਇੱਥੇ ਬਹਿ ਕੇ ਚਲੇ ਗਏ, ਉਹ ਵੀ ਕਹਿੰਦੇ ਮੇਰੀ ਮੇਰੀ ਕਰਦੇ ਚਲੇ ਗਏ। ਸੰਸਾਰ ਤੋਂ ਜਾਣ ਲੱਗਿਆ ਸਰੀਰ ਵੀ ਆਪਣਾ ਨਾਲ ਨਹੀਂ ਲੈ ਕੇ ਗਏ। ਫਰੀਦਾ ਕਿੱਥੇ ਤਰੰਡੇ ਮਾਪਿਆਂ ਜਿੰਨੀ ਤੂੰ ਜਣੇ, ਤੈ ਪਾਸੋਂ ਲੱਦ ਗਏ ਅਜੇ ਨਾ ਪਤੀਨ। ਤੇਰੇ ਸਾਹਮਣੇ ਕਹਿੰਦੇ ਉਹ ਵੀ ਛੱਡ ਕੇ ਚਲੇ ਗਏ, ਅਜੇ ਵੀ ਤੈਨੂੰ ਵਿਸ਼ਵਾਸ ਨਹੀਂ ਹੈ ਕਿ ਮੈਂ ਵੀ ਚਲੇ ਜਾਣਾ। ਮਹਾਰਾਜ ਕਹਿੰਦੇ ਸੰਸਾਰ ਦੀ ਕੋਈ ਚੀਜ਼ ਤੁਸੀਂ ਨਾਲ ਨਹੀਂ ਜਾ ਸਕਦੇ, ਇਹਨੂੰ ਆਪਣੀ ਸਮਝੀ ਬੈਠੇ। ਨਾ ਕਹਿੰਦੇ ਤੁਹਾਡਾ ਸਰੀਰ ਨਾਲ ਜਾਣਾ, ਨਾ ਘਰ ਜਾਣਾ, ਨਾ ਕਹਿੰਦੇ ਜ਼ਮੀਨ ਨਾਲ ਜਾਣੀ। ਇੱਕ ਚੀਜ਼ ਹੈ ਕਹਿੰਦੇ ਨਾਲ ਲਿਜਾ ਸਕਦੇ ਤੁਸੀਂ, ਹੋਏ ਪਰਮਾਤਮਾ ਦਾ ਨਾਮ। ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਲ, ਹਰ ਹਰ ਨਾਮ ਕਮਾਉਣ ਨਾਨਕੇ ਸੰਸਾਰ। ਇਸ ਧਨ ਦਾ ਵਪਾਰ ਕਰਨ ਵਾਸਤੇ ਸਾਨੂੰ ਸੰਸਾਰ ਭੇਜਿਆ ਸੀ। ਸਾਡੇ ਮਾਤਾ ਪਿਤਾ ਪਰਮਾਤਮਾ ਨੇ ਸਵਾਸਾ ਰੂਪੀ ਧਨ ਇਸੇ ਕਰਕੇ ਦਿੱਤਾ ਸੀ ਕਿ ਜਾਓ ਨਾਮ ਦਾ ਲਾਹਾ ਖੱਟ ਕੇ ਲਿਆਓ। ਪਰ ਇੱਥੇ ਆ ਕੇ ਮਹਾਰਾਜ ਕਹਿੰਦੇ ਕਈ ਜਨਮਾਂ ਤੋਂ ਵਿਛੜੇ ਜੋ ਅਸੀਂ ਸੰਜੋਗੀ ਇਕੱਠੇ ਹੋਏ ਸੀ, ਪੂਰਵ ਜਨਮ ਕੇ ਮੇਰੇ ਸੰਜੋਗੀ, ਇੱਥੇ ਆ ਕੇ ਕਹਿੰਦੇ ਸਾਡੇ ਵਿਚਾਰ ਵੱਖ-ਵੱਖ ਹੋ ਗਏ। ਪਰਿਵਾਰ ਦੇ ਜੀਵ ਕੋਈ ਸਤੋਗੁਣੀ ਕਹਿੰਦੇ ਆਕਾਸ਼ ਲੋਕ ਵਿੱਚ ਚਲਾ ਗਿਆ, ਜੋ ਰਜੋਗੁਣੀ ਸੀ ਉਹ ਭੂਮ ਲੋਕ ਚਲਾ ਗਿਆ, ਤਮੋਗੁਣੀ ਪਤਾਲ ਲੋਕ ਕੋਈ ਨਾ ਕੋਈ ਪਾਣੀ ਦਾ ਜੀਵ ਬਣ ਗਿਆ। ਇਸ ਤਰ੍ਹਾਂ ਕਹਿੰਦੇ ਜੋ ਮੌਕਾ ਮਿਲਿਆ ਸੀ ਪਰਮਾਤਮਾ ਨੂੰ ਮਿਲਣ ਦਾ, ਉਹ ਵਿਚਾਰਾਂ ਵਿੱਚ ਜਾਣਕਾਰੀ ਕਹਿੰਦੇ ਜਨਮ ਵਿਅਰਥ ਗਵਾ ਲੈਂਦੇ ਨੇ ਜੀ। ਉਹਨਾਂ ਦੇ ਵਿੱਚ ਕਹਿੰਦੇ ਵਿਚਰਦੇ ਹੋਏ ਜੋ ਸਵਾਸ ਅਸੀਂ ਜਮ੍ਹਾਂ ਕਰਾਇਆ ਸੀ ਪ੍ਰਚੂਨ ਦੇ, ਉਹਦੇ ਕਰਕੇ ਸਾਨੂੰ ਮਾਨਵ ਜਨਮ ਮਿਲਿਆ ਸੀ ਕਿ ਮੌਕਾ ਸੀ ਸਾਡੇ ਕੋਲੇ ਪਰਮਾਤਮਾ ਨੂੰ ਮਿਲਣ ਦਾ। ਸਾਨੂੰ ਇੱਕ ਵਾਰੀ ਦਿੱਤੀ ਸੀ ਮਹਾਰਾਜ ਨੇ, ਫਿਰ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਕਹਿੰਦੇ ਕਈ ਯੁੱਗਾਂ ਤੋਂ ਅਸੀਂ ਹਾਰ ਰਹੇ ਸੀ ਜੂਨਾਂ ਵਿੱਚ, ਪਰਮਾਤਮਾ ਨੇ ਕਿਰਪਾ ਕਰਕੇ ਮਾਨ ਦੇ ਸਾਨੂੰ ਦਿੱਤੀ। ਫਿਰ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾਣੀ। ਕਹਿੰਦੇ ਆਹ ਵਾਰੀ ਸੀ ਤੁਹਾਡੇ ਕੋਲੇ, ਸਿਮਰਨ ਕਰਕੇ ਖੇਲ ਨੂੰ ਜਿੱਤਣਾ ਸੀ। ਪਰ ਇੱਥੇ ਪੰਜਾਂ ਦੇ ਵਸ ਪੈ ਕੇ ਦੁਬਦਾ ਵਿੱਚ ਚਲੇ ਗਏ ਤੇ ਕਹਿੰਦੇ ਬਾਜੀ ਹਾਰ ਗਏ। ਮਰਨ ਲਿਖਾਏ ਮੰਡਲ ਮੇ ਆਏ, ਜਨਮ ਪਦਾਰਥ ਦੁਬਦਾ ਖੋਏ, ਆਪ ਨਾ ਚੀਣਸ ਭਰਮ ਭਰਮ ਰੋ। ਸਾਰੀ ਉਮਰ ਕਹਿੰਦੇ ਦੁਬਦਾ ਵਿੱਚ ਰਹੇ, ਆਪਣੇ ਆਪ ਨੂੰ ਅੰਦਰੋਂ ਚੀਨਿਆ ਨਹੀਂ, ਖੋਜ ਨਹੀਂ ਕੀਤੀ ਇਸ ਕਾਇਆ ਦੀ, ਤੇ ਭਰਮ ਦੇ ਵਿੱਚ ਹੀ ਕਹਿੰਦੇ ਚਲੇ ਗਏ ਸੰਸਾਰ। ਮਨੁੱਖ ਕਹਿੰਦੇ ਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾ ਕੇ ਸੰਸਾਰ ਤੋਂ ਜਾਂਦਾ, ਪਰ ਗੁਰਮੁਖ ਕਹਿੰਦੇ ਇਹਦਾ ਲਾਹ ਖੜਦੇ ਨੇ। ਉਹ ਵੀ ਮਰਨਾ ਲਿਖਾ ਕੇ ਆਉਂਦੇ ਨੇ, ਪਰ ਕਹਿੰਦੇ ਉਹ
ਇੱਥੇ ਆ ਕੇ ਉਸ ਨਾਮ ਨੂੰ ਪ੍ਰਾਪਤ ਕਰ ਲੈਂਦੇ ਨੇ, ਜਿਸ ਦੇ ਨਾਲ ਕਹਿੰਦੇ ਉਹਨਾਂ ਨੂੰ ਫਿਰ ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ। ਤੁਰ ਮਰਨ ਲਿਖਾਇਆ ਗੁਰਮੁਖ ਸਹਾਇਆ, ਹਰ ਉਪਰੇ ਹਰ ਧਿਆਨ ਜੀਓ, ਜਨ ਉਪਰੇ ਹਰ ਹਰ ਧਿਆਨ ਜੀਓ, ਹਰ ਸੋਭਾ ਪਾਈ ਹਰ ਨਾਮ ਲਿਆਈ, ਜਨ ਦਰ ਕੀ ਪੈਂਦੇ ਜਾਂਦੀ। ਦਰਗਾਹ ਦੇ ਵਿੱਚ ਕਹਿੰਦੇ ਉਹਨਾਂ ਫਿਰ ਗੁਰਮੁਖਾਂ ਨੂੰ ਜਗ੍ਹਾ ਮਿਲਦੀ ਹੈ, ਜਿਨ੍ਹਾਂ ਨੇ ਆ ਕੇ ਇੱਥੇ ਨਾਮ ਨੂੰ ਪ੍ਰਾਪਤ ਕਰ ਲਿਆ। ਮਨ ਨੂੰ ਕਹਿੰਦੇ ਜੀਵਨ ਨੂੰ ਵਿਅਰਥ ਖਵਾ ਕੇ ਜਾਂਦੇ, ਤੇ ਮਾਰੇ ਕਹਿੰਦੇ ਤੁਹਾਡੇ ਕੋਲੇ ਮੌਕਾ ਹੈ, ਤੁਹਾਨੂੰ ਮਾਨ ਜਾਵਾਂ ਦਿੱਤਾ, ਸਭ ਤੋਂ ਵੱਧ ਗਿਆਨ ਮਿਲਿਆ, ਤੇ ਵਿਛੜਨ ਪਰਿਵਾਰ ਦੇ ਵਿੱਚ ਇਕੱਠਾ ਕਰਤਾ। ਹੁਣ ਕਹਿੰਦੇ ਸਾਰੇ ਮਿਲ ਕੇ ਜੇ ਤੁਸੀਂ ਗੁਰੂ ਦੀ ਸ਼ਰਨ 'ਚ ਜਾ ਕੇ ਗਿਆਨ ਲੈ ਲਓ ਤਾਂ ਇਸ ਖੇਡ ਨੂੰ ਤੁਸੀਂ ਜਿੱਤ ਸਕਦੇ ਹੋ। ਜੇ ਕਹਿੰਦੇ ਅੰਦਰ ਤੁਹਾਡੇ ਵਿਚਾਰਾਂ ਦਾ ਟਕਰਾਅ ਹੈ, ਮਨ ਵਿੱਚ ਕਲੇਸ਼ ਹੈ, ਤੁਸੀਂ ਕਹਿੰਦੇ ਉਹਨੂੰ ਦੂਰ ਕਰ ਸਕਦੇ ਹੋ ਗੁਰੂ ਤੋਂ ਗਿਆਨ ਲੈ ਕੇ। ਉਹ ਗੁਰੂ ਗੁਰਬਾਣੀ ਸਰੂਪ ਸਾਨੂੰ ਫਿਰ ਤਰੀਕਾ ਦੱਸਦੇ ਹੈ ਕਿ ਮਨ ਦੇ ਕਲੇਸ਼ ਕਿਵੇਂ ਦੂਰ ਹੁੰਦੇ ਨੇ। ਮਾਰੇ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹਿ ਮਿਟਾਓ। ਕਹਿੰਦੇ ਜੇ ਅੰਦਰ ਵਿਚਾਰਾਂ ਟਕਰਾਅ ਹੋ ਗਿਆ, ਕਲੇਸ਼ ਪੈ ਗਿਆ, ਤੇ ਤੁਸੀਂ ਸਿਮਰਨ ਕਰੋ। ਜੇ ਕਹਿੰਦੇ ਸਾਰੇ ਪਰਿਵਾਰ 'ਚ ਟਕਰਾਅ ਹੋ ਗਏ, ਫਿਰ ਕਹਿੰਦੇ ਸਾਰਾ ਪਰਿਵਾਰ ਬੈਠ ਕੇ ਸਫਾ ਵਿਛਾ ਕੇ ਬੈਠੋ ਤੇ ਸਿਮਰਨ ਕਰੋ, ਤੁਹਾਡੇ ਵਿਚਾਰ ਇੱਕ ਹੋ ਜਾਣਗੇ। ਮਹਾਰਾਜ ਸਮਝਾਉਂਦੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਰਿਵਲਾਏ, ਹਰ ਨਾਮੇ ਕੇ ਹੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਏ, ਇਨ ਬਿਦ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਾ ਲਾਗੇ। ਕਹਿੰਦੇ ਸਾਰਾ ਪਰਿਵਾਰ ਜਦੋਂ ਬੈਠ ਕੇ ਗੁਰੂ ਦੀ ਮੱਤ ਦੁਆਰਾ ਸਿਮਰਨ ਅਭਿਆਸ ਕਰੋਗੇ, ਆਪਣੀ ਆਵਾਜ਼ ਵਿੱਚ ਧਿਆਨ ਰੱਖ ਕੇ, ਇਹ ਜਿਹੜਾ ਕਹਿੰਦੇ ਵਿਚਾਰਾਂ ਦਾ ਟਕਰਾਅ ਹੈ, ਵਿਚਾਰ ਤੁਹਾਡੇ ਖਤਮ ਹੋ ਜਾਣਗੇ। ਥੋੜੀ ਇੱਕ ਮੱਤ ਹੋ ਜਾਏਗੀ, ਮਨ ਥੋੜਾ ਜਾਗਤ ਅਵਸਥਾ ਵਿੱਚ ਆ ਜਾਏਗਾ, ਇਹ ਪੰਜਾਂ ਦਾ ਸੰਗ ਛੱਡ ਦੇਗਾ। ਇਹਨਾਂ ਨੇ ਜਿਹੜੀ ਕਹਿੰਦੇ ਦੀਵਾਰ ਖੜੀ ਕੀਤੀ ਤੁਹਾਡੇ ਅੱਗੇ ਵਿਚਾਰਾਂ ਦੀ, ਉਹ ਦੀਵਾਰ ਟੁੱਟ ਜਾਏਗੀ। ਕਹਿੰਦੇ ਫਿਰ ਤੁਸੀਂ ਕਹਿੰਦੇ ਉਸ ਰਸਤੇ ਤੇ ਚੱਲੋਗੇ ਜੋ ਰਸਤਾ ਤੁਹਾਡੇ ਘਰ ਨੂੰ ਜਾਂਦਾ। ਉਹ ਰਸਤਾ ਕਿਹੜਾ? ਮਾਰੇ ਕਹਿੰਦੇ ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋੜ ਭਾਗੀ ਦਾ। ਉਹ ਸੰਤ ਮਾਰਗ ਹੈ। ਜਦੋਂ ਕਹਿੰਦੇ ਮਨ ਸੰਤ ਬਣਦਾ ਹੈ, ਫਿਰ ਪਰਿਵਾਰ ਦੇ ਵਿੱਚ ਇੱਕ ਜੀਵ ਕਹਿੰਦੇ ਬਚਨ ਕਰਦਾ ਹੈ, ਸਾਰੇ ਸੱਤ ਕਰਕੇ ਮੰਨ ਲੈਂਦੇ ਨੇ। ਇਸ ਤਰ੍ਹਾਂ ਮਾਰੇ ਕਹਿੰਦੇ ਜੇ ਗੁਰੂ ਦੀ ਸ਼ਰਨ ਜਾ ਕੇ ਤੁਸੀਂ ਗਿਆਨ ਲੈ ਲਓਗੇ, ਸਾਰਾ ਪ੍ਰਵਾਸ ਲੈਂਦੇ ਰਸਤੇ ਚੱਲੇਗਾ ਤੇ ਖੇਤ ਜਿੱਤ ਕੇ ਆਪਣੇ ਘਰ ਜਾਏਗਾ, ਫਿਰ ਦੁਬਾਰਾ ਜੁੜਨਾ ਵਿੱਚ ਨਹੀਂ ਆਓਗੇ। ਇਸ ਕਰਕੇ ਮਹਾਰਾਜ ਸੁਣਾਉਂਦੇ ਨੇ ਕਿ ਪਿਛਲੇ ਕਈ ਜੂਨਾਂ ਤੋਂ ਕਹਿੰਦੇ ਤੁਸੀਂ ਭੜਕ ਰਹੇ ਸੀ, ਦੁੱਖ ਭੋਗ ਰਹੇ ਸੀ, ਪਰਮਾਤਮਾ ਨੇ ਖੁਸ਼ ਹੋ ਕੇ ਤੁਹਾਨੂੰ ਹਨੂੰਮਾਨ ਜਾਮਾ ਦਿੱਤਾ ਹੈ ਤੇ ਵਿਛੜਿਆਂ ਨੂੰ ਇੱਕ ਪਰਿਵਾਰ ਦੇ ਰੂਪ ਚ ਮਿਲਾਤਾ। ਇਹ ਜੋ ਸਾਡਾ ਰਿਸ਼ਤਾ ਹੈ, ਮਾਤਾ ਪਿਤਾ, ਭੈਣ ਭਰਾ, ਪਤੀ ਪਤਨੀ ਨਾਲ, ਇਹ ਪੁਰਾਣੇ ਸੰਜੋਗੀ ਨੇ ਸਾਡੇ ਸਾਰੇ। ਕਈ ਜੁਨਾਂ 'ਚ ਅਸੀਂ ਸਾਥ ਵਿਚਰਦੇ ਰਹੇ, ਤੇ ਸਭ ਤੋਂ ਜ਼ਿਆਦਾ ਸਾਥ ਕਹਿੰਦੇ ਜਿਹਨਾਂ ਦਾ ਰਿਹਾ, ਉਹਨਾਂ ਨੂੰ ਪਤੀ ਪਤਨੀ ਰੂਪ ਵਿੱਚ ਭੇਜਿਆ ਪਰਮਾਤਮਾ ਨੇ, ਤਾਂ ਕਿ ਇੱਥੇ ਆ ਕੇ ਇਸ ਖੇਲ ਨੂੰ ਜਿੱਤ ਸਕਣ। ਪਰ ਇੱਥੇ ਆ ਕੇ ਅਸੀਂ ਮਾਇਆ ਦੇ ਵਿੱਚ ਭਰਮ ਵਿੱਚ ਪੈ ਜਾਂਦੇ ਤੇ ਪੰਜ ਸਾਡੇ ਅੰਦਰ ਰੁਕਾਵਟਾਂ ਖੜੀਆਂ ਕਰ ਦਿੰਦੇ, ਪਰਮਾਤਮਾ ਨੂੰ ਮਿਲ ਨਹੀਂ ਦਿੰਦੇ। ਪਰ ਮਾਰੇ ਕਹਿੰਦੇ ਸਿਮਰਨ ਕਰਕੇ ਤੁਸੀਂ ਇਹ ਦੀਵਾਰ ਤੋੜ ਸਕਦੇ ਤੇ ਪਰਮਾਤਮਾ ਨੂੰ ਮਿਲ ਸਕਦੇ। ਮੌਕਾ ਤੁਹਾਡੇ ਕੋਲੇ ਮਾਨ ਜਾਵਾਂ, ਇਹ ਪੂਰਾ ਗਿਆਨ ਦਿੱਤਾ, ਇਹਦਾ ਕਹਿੰਦੇ ਫਾਇਦਾ ਉਠਾਓ, ਇਹ ਵਾਰ-ਵਾਰ ਨਹੀਂ ਮਿਲਣਾ। ਕਹਿੰਦੇ ਜੇ ਹੁਣ ਇੱਥੋਂ ਵੀ ਤੁਸੀਂ ਖੁੰਝ ਗਏ, ਫਿਰ ਤੁਹਾਨੂੰ ਦੁਬਾਰਾ ਜੂਨਾਂ ਵਿੱਚ ਜਾਣਾ ਪਏਗਾ, ਤੁਹਾਡਾ ਵਿਛੋੜਾ ਲੰਬਾ ਪੈ ਜਾਏਗਾ। 84 ਲੱਖ ਜੂਨ ਪਾਈ, ਮਾਨਸ ਕੋ ਪਰ ਦੇਵ ਆਈ, ਇਸ ਪੌੜੀ ਤੇ ਜੋਰ ਨਾ ਝੁਕ ਕੇ ਸਵਾਏ ਜਾਏ, ਦੁੱਖ ਪਾਏ। ਕਹਿੰਦੇ ਆ ਵੀ ਵਾਰੀ ਕਰਨਗੇ ਵਿਅਰਥ ਗਵਾਲੀ, ਫਿਰ ਵਿਛੋੜਾ ਵੀ ਪੈ ਜਾਏਗਾ। ਕਹਿੰਦੇ ਫਿਰ ਕਈ ਜੂਨਾਂ ਤੱਕ ਭਟਕਦੇ ਰਹੋਗੇ ਤੇ ਕਈ ਯੁੱਗ ਲੱਗ ਜਾਂਦੇ ਨੇ ਕਹਿੰਦੇ ਤੱਕ ਪਹੁੰਚਣ ਵਾਸਤੇ। ਇਸ ਕਰਕੇ ਮਾਨੇ ਕਹਿੰਦੇ ਵਿਅਰਥ ਨਾ ਗਵਾਓ, ਇਹ ਬਾਰ-ਬਾਰ ਨਹੀਂ ਮਿਲਣਾ। ਸੋ ਇੰਨੇ ਵਿਚਾਰ ਕਰਦਿਆਂ ਬੇਅੰਤ ਫੁੱਲਾਂ ਹੋ ਜਾਂਦੀਆਂ ਨੇ। ਸਾਧ ਸੰਗ ਬਖਸ਼ਣ ਜੋਗਾ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।